ਹੈਲੋ ਸਟੂਡੈਂਟਸ, ਗੁੱਡ ਮਾਰਨਿੰਗ ਐਵਰੀਵਨ। ਹਾਂਜੀ ਪਿਆਰੇ ਵਿਦਿਆਰਥੀਓ, ਅੱਜ ਆਪਾਂ ਲੈਂਗੁਏਜ ਬੁੱਕ ਦਾ 3rd ਚੈਪਟਰ ਅੱਖਰ ਜਾਂ ਵਰਨ ਬੋਧ ਬਾਰੇ ਪੜ੍ਹਾਂਗੇ। ਇਸ ਤੋਂ ਪਹਿਲਾਂ 2nd ਚੈਪਟਰ ਵਿਆਕਰਨ ਵਿੱਚ ਅਸੀਂ ਪੜ੍ਹਿਆ ਸੀ ਵਿਆਕਰਨ ਦੀ ਪਰਿਭਾਸ਼ਾ ਕਿ ਵਿਆਕਰਨ ਕੀ ਹੁੰਦੀ ਹੈ। ਕਿਸੇ ਵੀ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਦੇਣ ਲਈ ਕੁਝ ਨਿਯਮ ਬਣਾਏ ਜਾਂਦੇ ਨੇ। ਉਹਨਾਂ ਨਿਯਮਾਂ ਦੇ ਸਮੂਹ ਨੂੰ ਅਸੀਂ ਕੀ ਬੋਲਦੇ ਹਾਂ ਵਿਆਕਰਨ। ਵਿਆਕਰਨ ਦੇ ਅੱਗੇ 4 ਅੰਗ ਹੁੰਦੇ ਹਨ, 4 ਹਿੱਸੇ ਹੁੰਦੇ ਹਨ: ਅੱਖਰ ਬੋਧ, ਸ਼ਬਦ ਬੋਧ, ਵਾਕ ਬੋਧ ਅਤੇ ਅਰਥ ਬੋਧ। ਤਾਂ ਅਸੀਂ ਉਸ ਪਾਰਟ ਦੇ ਫਸਟ ਪਾਰਟ ਦੀ ਗੱਲ ਕਰਦੇ ਹਾਂ, ਅੱਖਰ ਜਾਂ ਵਰਨ ਬੋਧ ਬਾਰੇ। ਕਿ ਅੱਖਰ ਜਾਂ ਵਰਨ ਬੋਧ ਕੀ ਹੁੰਦਾ ਹੈ? ਅੱਖਰ ਜਾਂ ਵਰਨ ਬੋਧ ਵਿਆਕਰਨ ਦੀ ਇੱਕ ਇਕਾਈ ਹੈ ਜਿਸ ਰਾਹੀਂ ਸਾਨੂੰ ਅੱਖਰਾਂ, ਵਰਨਾਂ, ਲਗਾਖਰਾਂ ਦੀ ਜਾਣਕਾਰੀ ਮਿਲਦੀ ਹੈ। ਅੱਖਰ ਜਾਂ ਵਰਨ ਕੀ ਹੁੰਦੇ ਨੇ? ਸਭ ਤੋਂ ਪਹਿਲਾਂ ਅਸੀਂ ਅੱਖਰਾਂ ਦੀ ਜਾਣਕਾਰੀ ਲੈਂਦੇ ਹਾਂ। ਸਾਡੀ ਪੰਜਾਬੀ ਵਿਆਕਰਨ ਵਿੱਚ ਪੰਜਾਬੀ ਵਰਨਮਾਲਾ ਵਿੱਚ ਇਸਦੇ 8 ਵਰਗ ਬਣਾਏ ਹਨ। ਊੜਾ, ਐੜਾ, ਈੜੀ, ਸੱਸਾ, ਹਾਹਾ ਇਹ ਮੁੱਖ ਵਰਗ ਹੈ। ਕੱਕਾ, ਖੱਖਾ, ਗੱਗਾ, ਘੱਗਾ, ਈਆਂ ਕ ਵਰਗ। ਇਸ ਤੋਂ ਬਾਅਦ ਚ ਵਰਗ, ਟ ਵਰਗ, ਤ ਵਰਗ, ਪ ਵਰਗ, ਅੰਤਮ ਵਰਗ ਅਤੇ ਨਵੀਨ ਵਰਗ। ਇਸ ਤਰ੍ਹਾਂ ਇਸ ਨੂੰ 8 ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅੱਖਰ ਜਾਂ ਵਰਨਾਂ ਨੂੰ। ਤਾਂ ਅੱਖਰ ਜਾਂ ਵਰਨ ਹੁੰਦੇ ਕੀ ਨੇ? ਕਿ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ, ਜਦੋਂ ਅਸੀਂ ਕਿਸੇ ਵੀ ਭਾਸ਼ਾ ਨੂੰ ਲਿਖਦੇ ਹਾਂ, ਬੋਲੀ ਨੂੰ ਲਿਖਦੇ ਹਾਂ, ਤਾਂ ਸਾਨੂੰ ਲਿਖਤੀ ਰੂਪ ਦੇਣ ਲਈ ਕੁਝ ਚਿੰਨ੍ਹਾਂ ਦੀ ਲੋੜ ਪੈਂਦੀ ਹੈ। ਤਾਂ ਜੋ ਉਹ ਚਿੰਨ੍ਹ ਨੇ ਉਸ ਭਾਸ਼ਾ ਦੇ ਅੱਖਰ ਜਾਂ ਵਰਨ ਉਹਨਾਂ ਨੂੰ ਕਿਹਾ ਜਾਂਦਾ ਹੈ। ਤਾਂ ਅਸੀਂ ਅੱਖਰ ਜਾਂ ਵਰਨ ਦੀ ਵਿਆਕਰਨਿਕ ਤੌਰ 'ਤੇ ਪਰਿਭਾਸ਼ਾ ਕੀ ਲਿਖਾਂਗੇ? ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਕੁਝ ਚਿੰਨ੍ਹਾਂ ਦੀ ਲੋੜ ਪੈਂਦੀ ਹੈ। ਇਹ ਚਿੰਨ੍ਹ ਹੀ ਉਸ ਭਾਸ਼ਾ ਦੇ ਅੱਖਰ ਜਾਂ ਵਰਨ ਅਖਵਾਉਂਦੇ ਹਨ। ਉਸ ਤੋਂ ਬਾਅਦ ਅੱਖਰ ਜਾਂ ਵਰਨਾਂ ਨੂੰ 8 ਭਾਗਾਂ ਵਿੱਚ ਵੰਡਿਆ ਜਾਂਦਾ ਹੈ, 8 ਵਰਗ ਬਣਾਏ ਜਾਂਦੇ ਹਨ। ਉਸ ਤੋਂ ਬਾਅਦ ਹੈ ਅੱਖਰ ਜਾਂ ਵਰਨ ਦੇ ਪ੍ਰਕਾਰ। ਅੱਖਰ ਜਾਂ ਵਰਨ ਹੈ ਜਿਹੜੇ ਉਹ 2 ਕਿਸਮ ਦੇ ਹੁੰਦੇ ਹਨ: ਸਵਰ ਅਤੇ ਵਿਅੰਜਨ। ਸਵਰ ਅਤੇ ਵਿਅੰਜਨ। ਸਵਰ ਕੀ ਹੁੰਦੇ ਨੇ? ਕਿ ਜਿਹੜੇ ਅੱਖਰਾਂ ਦਾ ਉਚਾਰਨ ਜਦੋਂ ਅਸੀਂ ਬੋਲਦੇ ਹਾਂ, ਇਹਨਾਂ ਅੱਖਰਾਂ ਨੂੰ ਉਚਾਰਨ ਕਰਦੇ ਹਾਂ, ਉਸ ਸਮੇਂ ਕਿਸੇ ਹੋਰ ਸਵਰ ਦੀ ਸਾਨੂੰ ਲੋੜ ਨਹੀਂ ਪੈਂਦੀ, ਜਾਂ ਅਸੀਂ ਸਾਹ ਮੂੰਹ ਵਿੱਚੋਂ ਆਸਾਨੀ ਨਾਲ ਬਾਹਰ ਕੱਢਦੇ ਹਾਂ ਤਾਂ ਉਸ ਨੂੰ ਅਸੀਂ ਸਵਰ ਕਹਿੰਦੇ ਹਾਂ। ਸਾਡੀ ਵਰਨਮਾਲਾ ਵਿੱਚ ਊੜਾ, ਐੜਾ, ਈੜੀ, ਊੜਾ, ਐੜਾ, ਈੜੀ ਇਹ 3 ਸਵਰ ਹਨ। ਸਾਡੀ ਪੰਜਾਬੀ ਵਰਨਮਾਲਾ ਦੇ ਅੱਖਰਾਂ ਵਿੱਚ ਊੜਾ, ਐੜਾ, ਈੜੀ 3 ਮੁੱਖ ਸਵਰ ਹਨ। ਇਹਨਾਂ 3 ਸਵਰ ਅੱਖਰਾਂ ਤੋਂ ਅੱਗੇ ਸਵਰ ਮੁਹਾਰਨੀ ਬਣਦੀ ਹੈ। ਫਿਰ ਇਹਨਾਂ ਦੀਆਂ ਲਗਾਂ ਅਤੇ ਇਹਨਾਂ ਦੇ ਲਗਾਂ ਦੇ ਨਾਮ। ਇਹਨਾਂ 3 ਸਵਰਾਂ ਤੋਂ ਅੱਗੇ ਸਵਰ ਮੁਹਾਰਨੀ ਬਣਦੀ ਹੈ ਅ, ਆ, ਈ, ਊ, ਊ, ਏ, ਐ, ਓ, ਔ। ਇਹਨਾਂ ਦੇ ਅੱਗੇ ਚਿੰਨ੍ਹ ਹਨ। ਅ ਦਾ ਕੋਈ ਚਿੰਨ੍ਹ ਨਹੀਂ ਹੁੰਦਾ। ਇਸ ਨੂੰ ਮੁਕਤਾ ਲਗਾਂ ਦਾ ਨਾਮ ਦਿੱਤਾ ਜਾਂਦਾ ਹੈ। ਆ ਕੰਨਾ, ਈ ਸਿਹਾਰੀ, ਈ ਬਿਹਾਰੀ, ਊ ਔਂਕੜ, ਊ ਦੁਲੈਂਕੜ, ਏ ਲਾਂ, ਐ ਦੁਲਾਵਾਂ, ਓ ਹੋੜਾ, ਔ ਘਨੌੜਾ। ਤਾਂ ਸਵਰ ਜਾਂ ਵਿਅੰਜਨ ਇਹ ਕੀ ਨੇ? ਸਾਡੇ ਸਵਰ। ਸਵਰ ਕੀ ਹੁੰਦੇ ਨੇ? ਜਿਹੜੇ ਅੱਖਰਾਂ ਦਾ ਜਦੋਂ ਅਸੀਂ ਉਚਾਰਨ ਕਰਦੇ ਹਾਂ ਤਾਂ ਸਾਨੂੰ ਕਿਸੇ ਹੋਰ ਸਵਰ ਅੱਖਰ ਦੀ ਲੋੜ ਨਹੀਂ ਪੈਂਦੀ। ਅਸੀਂ ਉਚਾਰਨ ਕਰਨ ਸਮੇਂ ਸਾਹ ਮੂੰਹ ਵਿੱਚੋਂ ਆਸਾਨੀ ਨਾਲ ਬਾਹਰ ਕੱਢਦੇ ਹਾਂ ਤਾਂ ਉਸ ਨੂੰ ਅਸੀਂ ਸਵਰ ਕਹਿੰਦੇ ਹਾਂ। ਇਹ ਸੀ ਸਾਡੇ 3 ਸਵਰ ਊੜਾ, ਐੜਾ, ਈੜੀ। ਉਸ ਤੋਂ ਬਾਅਦ ਹੈ ਵਿਅੰਜਨ। ਵਿਅੰਜਨ ਕੀ ਹੁੰਦੇ ਨੇ? ਕਿ ਜਦੋਂ ਅਸੀਂ ਅੱਖਰਾਂ ਦਾ ਉਚਾਰਨ ਕਰਦੇ ਹਾਂ ਉਸ ਸਮੇਂ ਸਾਨੂੰ ਕਿਸੇ ਹੋਰ ਸਵਰ ਦੀ ਲੋੜ ਪੈਂਦੀ ਹੈ, ਜਾਂ ਕਦੀ ਜੀਭ ਦੰਦਾਂ ਦੇ ਅੰਦਰਲੇ ਪਾਸੇ ਛਾਉਂਦੀ ਹੈ ਅਤੇ ਕਦੇ ਤਾਲੂ ਨਾਲ, ਕਦੇ ਬੁੱਲ ਕੁਝ ਮਿਟੇ ਜਾਂਦੇ ਨੇ ਤਾਂ ਉਸ ਨੂੰ ਅਸੀਂ ਵਿਅੰਜਨ ਕਹਿੰਦੇ ਹਾਂ। ਸਾਡੀ ਵਰਨਮਾਲਾ ਵਿੱਚ ਸੱਸਾ ਅੱਖਰ ਤੋਂ ਲੈ ਕੇ ਰਾੜਾ ਜਾਂ ਲੱਲੇ ਪੈਰ ਬਿੰਦੀ ਤੱਕ ਸਾਰੇ ਵਿਅੰਜਨ ਹਨ। 38 ਵਿਅੰਜਨ ਹਨ, 3 ਸਵਰ ਹਨ। ਤਾਂ ਅੱਗੇ ਵਿਅੰਜਨ ਵੀ 2 ਕਿਸਮ ਦੇ ਹੁੰਦੇ ਹਨ: ਅਨੁਨਾਸਿਕੀ ਵਿਅੰਜਨ ਅਤੇ ਸਧਾਰਨ ਵਿਅੰਜਨ। ਅਨੁਨਾਸਿਕੀ ਵਿਅੰਜਨ ਕਿਹੜੇ ਨੇ? ਜਿਨ੍ਹਾਂ ਦੀ ਆਵਾਜ਼ ਜਦੋਂ ਅਸੀਂ ਇਹਨਾਂ ਦਾ ਉਚਾਰਨ ਕਰਦੇ ਹਾਂ, ਅਨੁਨਾਸਿਕੀ ਅੱਖਰ ਨੱਕ ਰਾਹੀਂ ਬੋਲੇ ਜਾਂਦੇ ਹਨ। ਇਹ ਵਰਨਮਾਲਾ ਵਿੱਚ 5 ਹਨ: ਅਈਆਂ, ਨਈਆਂ, ਨਾਣਾ, ਨੰਨਾ ਅਤੇ ਮੰਮਾ। ਜਦੋਂ ਅਸੀਂ ਇਹਨਾਂ ਨੂੰ ਉਚਾਰਨ ਕਰਦੇ ਹਾਂ ਤਾਂ ਅਸੀਂ ਨੱਕ ਰਾਹੀਂ ਇਹਨਾਂ ਨੂੰ ਬੋਲਦੇ ਹਾਂ। ਉਸ ਤੋਂ ਬਾਅਦ ਹੈ ਦੁੱਤ ਅੱਖਰ।
ਦੁੱਤ ਅੱਖਰ ਕਿਹੜੇ ਹੁੰਦੇ ਹਨ? ਦੁੱਤ ਅੱਖਰ ਅੱਧੇ ਰੂਪ ਵਿੱਚ ਕਿਸੇ ਪੂਰੇ ਅੱਖਰ ਦੇ ਪੈਰ ਵਿੱਚ ਲੱਗ ਕੇ ਇੱਕ ਸੰਯੁਕਤ ਆਵਾਜ਼ ਦਿੰਦੇ ਨੇ, ਤਾਂ ਇਹ ਹਮੇਸ਼ਾ ਅੱਖਰ ਦੇ ਪੈਰ ਵਿੱਚ ਲਗਾਏ ਜਾਂਦੇ ਹਨ। ਇਹ ਤਿੰਨ ਹਨ, ਰਾਰਾ, ਹਾਹਾ ਅਤੇ ਵਾਵਾ। ਜਿਵੇਂ ਦੇਖੋ ਰਾਰਾ ਅਸੀਂ ਲਿਖਦੇ ਹਾਂ ਕਰਮ, ਕੱਕਾ ਰਾਰਾ ਮੰਮਾ ਕਰਮ, ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ। ਪਰ ਜੇ ਅਸੀਂ ਕੱਕੇ ਦੇ ਪੈਰ 'ਚ ਰਾਰਾ ਪਾਈਏ ਮੰਮਾ ਕਰਮ। ਪ੍ਰੇਮ, ਪੱਪਾ ਰਾਰੇ ਨੂੰ ਲਾ ਮੰਮਾ, ਅਸੀਂ ਇਸ ਨੂੰ ਪੱਪੇ ਦੇ ਪੈਰ 'ਚ ਰਾਰਾ ਪਾ ਕੇ ਪੱਪੇ ਨੂੰ ਪੈਰ 'ਚ ਰਾਰਾ ਉੱਤੇ ਲਾ ਮੰਮਾ ਪ੍ਰੇਮ। ਉਸ ਤੋਂ ਬਾਅਦ ਦੇਖੋ ਹਾਹਾ, ਹੜ, ਹਾਹਾ ਰਾੜੇ ਦੇ ਪੈਰ 'ਚ ਹਾਹਾ। ਸਿੱਲ, ਸੱਸੀ ਸਿਆਰੀ ਉੱਤੇ ਅਦਕ, ਲੱਲੇ ਦੇ ਪੈਰ 'ਚ ਹਾਹਾ ਸਿੱਲ। ਉਸ ਤੋਂ ਬਾਅਦ ਦੇਖੋ ਵਾਵਾ, ਸਵੈ ਜੀਵਨੀ, ਸਵੈ ਸੱਸੇ ਦੇ ਪੈਰ 'ਚ ਵਾਵਾ ਉੱਤੇ ਦੁਲਾ, ਜੀਵਨੀ ਸਵੈ ਜੀਵਨੀ। ਸਵਰ, ਸਵਰ ਅਸੀਂ ਸੱਸਾ ਵਾਵਾ ਰਾਰਾ ਵੀ ਲਿਖਦੇ ਹਾਂ। ਜੇ ਅਸੀਂ ਸਵਰ ਲਿਖੀਏ ਤਾਂ ਸੱਸੇ ਦੇ ਪੈਰ 'ਚ ਵਾਵਾ ਰਾਰਾ ਸਵਰ। ਉਸ ਤੋਂ ਬਾਅਦ ਹੈ ਲਿਪੀ। ਲਿਪੀ ਕੀ ਹੁੰਦੀ ਹੈ ਕਿ ਕਿਸੇ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਅਸੀਂ ਅੱਖਰ ਵਰਤਦੇ ਹਾਂ, ਤਾਂ ਉਸ ਭਾਸ਼ਾ ਦੀ ਕੀ ਹੁੰਦੀ ਹੈ? ਲਿਪੀ ਹੁੰਦੀ ਹੈ। ਜਿਵੇਂ ਕਿ ਦੇਖੋ ਸਾਡੀ ਜੋ ਭਾਸ਼ਾ ਹੈ ਉਸਦੀ ਲਿਪੀ, ਸਾਡੀਆਂ ਭਾਸ਼ਾਵਾਂ ਕਿਹੜੀਆਂ ਨੇ? ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ, ਸਾਡੀਆਂ ਇਹ ਤਿੰਨ ਮੁੱਖ ਭਾਸ਼ਾਵਾਂ ਨੇ। ਤਾਂ ਇਹਨਾਂ ਦੀਆਂ ਤਿੰਨਾਂ ਭਾਸ਼ਾਵਾਂ ਦੀਆਂ ਅਲੱਗ-ਅਲੱਗ ਲਿਪੀਆਂ ਹਨ। ਸਾਡੀ ਪੰਜਾਬੀ ਭਾਸ਼ਾ ਦੀ ਲਿਪੀ ਦਾ ਨਾਮ ਗੁਰਮੁਖੀ ਹੈ, ਹਿੰਦੀ ਭਾਸ਼ਾ ਦੀ ਲਿਪੀ ਦਾ ਨਾਮ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਦਾ ਨਾਮ ਰੋਮਨ ਹੈ। ਉਸ ਤੋਂ ਬਾਅਦ ਵਰਨਮਾਲਾ। ਵਰਨਮਾਲਾ ਨੂੰ ਅਸੀਂ 8 ਵਰਗਾਂ ਵਿੱਚ, ਤੁਹਾਨੂੰ ਪਹਿਲਾਂ ਹੀ ਦੱਸਿਆ, ਵਰਨਮਾਲਾ ਨੂੰ ਅਸੀਂ 8 ਵਰਗਾਂ ਵਿੱਚ ਵੰਡਦੇ ਹਾਂ। ਮੁੱਖ ਵਰਗ, ਕ ਵਰਗ, ਚ ਵਰਗ, ਟ ਵਰਗ, ਤ ਵਰਗ ਔਰ ਪ ਵਰਗ ਤੇ ਅੰਤਿਮ ਵਰਗ ਨਵੀਨ ਵਰਗ। ਠੀਕ ਹੈ, ਇਹ ਸੀ ਸਾਡਾ ਚੈਪਟਰ ਅੱਖਰ ਜਾਂ ਵਰਨ ਬੋਧ ਬਾਰੇ। ਸਭ ਤੋਂ ਪਹਿਲਾਂ ਅਸੀਂ ਪੜ੍ਹਿਆ ਅੱਖਰ ਜਾਂ ਵਰਨ ਕੀ ਹੁੰਦੇ ਹਨ। ਅਸੀਂ ਵਰਨਾਂ ਨੂੰ 8 ਵਰਗਾਂ ਵਿੱਚ ਵੰਡਦੇ ਹਾਂ, ਵਰਨਮਾਲਾ ਨੂੰ। ਉਸ ਤੋਂ ਬਾਅਦ ਅਸੀਂ ਲਿਪੀ ਬਾਰੇ ਜਾਣਕਾਰੀ ਲਈ, ਲਿਪੀ ਕੀ ਹੁੰਦੀ ਹੈ। ਉਸ ਤੋਂ ਬਾਅਦ ਅੱਖਰ ਜਾਂ ਵਰਨ ਦੀਆਂ ਕਿਸਮਾਂ, ਕਿ ਅੱਖਰ ਜਾਂ ਵਰਨ 2 ਕਿਸਮ ਦੇ ਹੁੰਦੇ ਹਨ, ਸਵਰ ਅਤੇ ਵਿਅੰਜਨ। ਸਾਡੀ ਵਿਆਕਰਨ ਵਿੱਚ 3 ਮੁੱਖ ਸਵਰ ਹਨ, ਊੜਾ, ਐੜਾ ਅਤੇ ਈੜੀ। ਉਸ ਤੋਂ ਬਾਅਦ ਵਿਅੰਜਨ, ਵਿਅੰਜਨ 38 ਹਨ, ਸੱਸਾ ਤੋਂ ਲੈ ਕੇ ਰਾੜਾ ਤੱਕ। ਉਸ ਤੋਂ ਬਾਅਦ ਵਿਅੰਜਨ ਵੀ ਅੱਗੇ 2 ਕਿਸਮ ਦੇ ਹੁੰਦੇ ਹਨ, ਅਨੁਨਾਸਕੀ ਅੱਖਰ ਅਤੇ ਦੁੱਤ ਅੱਖਰ। ਅਨੁਨਾਸਕੀ ਅੱਖਰ ਜੋ ਅਸੀਂ ਉਚਾਰਨ ਕਰਨ ਸਮੇਂ ਨੱਕ ਰਾਹੀਂ ਆਵਾਜ਼ ਕਰਦੇ ਹਾਂ, ਇਹ 5 ਹਨ। ਦੁੱਤ ਅੱਖਰ, ਇਹ ਅੱਖਰ ਅੱਧੇ ਰੂਪ ਵਿੱਚ ਕਿਸੇ ਪੂਰੇ ਅੱਖਰ ਦੇ ਪੈਰ ਵਿੱਚ ਲਗਾਏ ਜਾਂਦੇ ਹਨ। ਇਹ ਸਾਡੀ ਵਰਨਮਾਲਾ ਵਿੱਚ 3 ਹਨ। ਥੈਂਕ ਯੂ ਸੋ ਮਚ।